ਬਾਣੀ ਗੁਰੂ ਜੀ ਦਾ ਫੈਸਲਾ ਹੈ। ਜਨਮ ਮਰਨ ਭਵ ਭੰਜਨ ਗਾਈਐ, ਪੁਨਰਪ ਜਨਮ ਨਾ ਹੋਈ ਜੀਓ। ਗੁਰੂ ਪਾਤਸ਼ਾਹ ਦੇ ਇਸ ਸ਼ਬਦ ਤੋਂ ਸਿੱਧ ਹੋ ਗਿਆ ਕਿ ਸਾਡਾ ਵਾਰ-ਵਾਰ ਪੁਨਰ ਜਨਮ ਹੁੰਦਾ ਹੈ। ਵਾਰ-ਵਾਰ ਬੇਸ਼ੱਕ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ ਤੇ ਨਾ ਮੰਨਦੇ ਹਾਂ, ਅਸੀਂ ਇਸ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਕਿ ਜੀਵ ਆਤਮਾ ਦਾ ਪੁਨਰ ਜਨਮ ਹੁੰਦਾ ਹੈ, ਵਾਰ-ਵਾਰ ਜਨਮ ਲੈਣਾ। ਪਰ ਜਦੋਂ ਆਪਾਂ ਬਾਣੀ ਗੁਰੂ ਜੀ ਨੂੰ ਪੜ੍ਹਦੇ ਹਾਂ, ਬਾਣੀ ਗੁਰੂ ਜੀ ਸਾਨੂੰ ਆਖਦੀ ਹੈ ਇਹ ਧਰਤੀ ਬਹੁਤ ਲੰਮੇ ਸਮੇਂ ਤੋਂ ਬਣੀ ਹੈ। ਜਿਸ ਪਲਾਟ ਤੇ ਆਪਾਂ ਰਹਿੰਦੇ ਹਾਂ, ਇਹ ਪਲਾਟ ਬਹੁਤ ਲੰਮੇ ਸਮੇਂ ਤੋਂ ਬਣਿਆ ਹੈ ਤੇ ਜੀਵ ਆਤਮਾ ਬਹੁਤ ਲੰਮੇ ਸਮੇਂ ਤੋਂ ਇੱਥੇ ਰਹਿ ਰਹੀ ਹੈ। ਅਨੰਤ ਸਮਾਂ ਹੋ ਗਿਆ ਏ, ਅਨੰਤ ਸਮਾਂ। ਜੇ ਅਨੰਤ ਸਮਾਂ ਹੋ ਗਿਆ ਧਰਤੀ ਬਣੀ ਨੂੰ, ਬ੍ਰਹਿਮੰਡ ਬਣੇ ਨੂੰ, ਫਿਰ ਸਾਡੇ ਜਨਮ ਵੀ ਕਈ ਵਾਰ ਹੋ ਚੁੱਕੇ ਹਨ। ਕਈ ਵਾਰ ਅਸੀਂ ਜਿੰਨੀ ਵਾਰ ਵੀ ਜਨਮ ਲੈਂਦੇ ਹਾਂ, ਜਨਮ ਲੈ ਕੇ ਜਦੋਂ ਸਾਡੀ ਮੌਤ ਹੋ ਜਾਂਦੀ ਹੈ, ਫਿਰ ਸਾਡਾ ਜਦੋਂ ਜਨਮ ਹੋ ਜਾਂਦਾ ਹੈ ਉਹਨੂੰ ਆਖਿਆ ਜਾਂਦਾ ਹੈ ਪੁਨਰ ਜਨਮ। ਜਦੋਂ ਜੀਵ ਆਤਮਾ ਸਰੀਰ ਬਦਲਦੀ ਹੈ, ਇਸ ਸਰੀਰ ਨੂੰ ਛੱਡਿਆ ਦੂਜੇ ਸਰੀਰ ਵਿੱਚ ਆ ਗਈ, 84 ਲੱਖ ਜੂਨ ਸਰੀਰ ਵਿੱਚ ਆ ਗਈ, 84 ਭੋਗੀ ਫਿਰ ਮਨੁੱਖਾ ਦੇ ਹੀ ਪ੍ਰਾਪਤ ਹੋਈ। ਇਹਨੂੰ ਆਖਿਆ ਜਾਂਦਾ ਹੈ ਪੁਨਰ ਜਨਮ। ਬੇਸ਼ੱਕ ਅਸੀਂ ਇਸ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ, ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਇਸ ਗੱਲ ਦੇ ਨਾਲ, ਇਸ ਵਿਚਾਰ ਦੇ ਨਾਲ 100% ਸਹਿਮਤ ਹੈ ਕਿ ਜੀਵ ਆਤਮਾ ਦਾ ਪੁਨਰ ਜਨਮ ਹੁੰਦਾ ਹੈ। ਪੁਨਰ ਜਨਮ। ਅਸੀਂ ਕਈ ਵਾਰ ਇੱਥੇ ਆ ਚੁੱਕੇ ਹਾਂ, ਕਈ ਵਾਰ। ਵੇਖੋ, ਜਦੋਂ ਆਪਾਂ ਬਚਪਨ ਦੇ ਵਿੱਚ ਸੀ ਨਾ, ਬਾਣੀ ਗੁਰੂ ਜੀ ਨੇ ਆਖਿਆ ਹੈ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ। ਸਾਡਾ ਸਰੀਰ 3 ਵਾਰ ਬਦਲਦਾ ਏ। ਬਚਪਨ ਦੇ ਵਿੱਚ ਸਾਡੀ ਸ਼ਕਲ ਕੁਝ ਹੋਰ ਸੀ। ਜਦੋਂ ਆਪਾਂ ਜਵਾਨੀ ਵਿੱਚ ਆ ਜਾਂਦੇ ਹਾਂ ਨਾ, ਜਵਾਨੀ ਦੇ ਵਿੱਚ ਆ ਕੇ ਸਾਡੀ ਸ਼ਕਲ ਫਿਰ ਬਦਲ ਜਾਂਦੀ ਹੈ। ਜਦੋਂ ਆਪਾਂ ਫਿਰ ਬਿਰਧ ਹੋ ਜਾਂਦੇ ਹਾਂ, ਜਦੋਂ ਬੁੱਢੇ ਹੋ ਜਾਂਦੇ ਹਾਂ, ਆਪਾਂ ਬਿਰਧ ਅਵਸਥਾ ਦੇ ਵਿੱਚ ਆ ਕੇ ਸਾਡੀ ਸ਼ਕਲ ਫਿਰ ਬਦਲ ਜਾਂਦੀ ਹੈ। ਵੇਖੋ, ਇਸੇ ਜਨਮ ਦੇ ਵਿੱਚ ਸਾਡੀ ਕਾਇਆ 3 ਵਾਰ ਬਦਲ ਗਈ ਹੈ। ਇਸੇ ਜਨਮ ਦੇ ਵਿੱਚ 3 ਵਾਰ ਕਾਇਆ ਬਦਲ ਗਈ। ਬਚਪਨ ਦੇ ਵਿੱਚ ਸਾਡੀ ਸ਼ਕਲ ਹੋਰ ਹੈ, ਜਵਾਨੀ ਵਿੱਚ ਹੋਰ, ਤੇ ਬਿਰਧ ਅਵਸਥਾ ਵਿੱਚ ਸ਼ਕਲ ਕੁਝ ਹੋਰ ਬਣ ਜਾਂਦੀ ਹੈ। ਜੇ ਇੱਕੋ ਜਨਮ ਦੇ ਵਿੱਚ ਸਾਡੀ ਕਾਇਆ 3 ਵਾਰ ਬਦਲਦੀ ਹੈ ਤੇ ਫਿਰ ਜੀਵ ਆਤਮਾ ਵੀ ਇੱਕ ਵਾਰ ਨਹੀਂ ਇੱਥੇ ਆਈ। ਜੀਵ ਆਤਮਾ ਵੀ ਵਾਰ-ਵਾਰ ਧਰਤੀ ਤੇ ਆਉਂਦੀ ਹੈ। ਅੱਜ ਦੀ ਜਿਹੜੀ ਵਿਗਿਆਨਕ ਹੈ ਨਾ, ਜੋ ਅੱਜ ਦਾ ਵਿਗਿਆਨੀ ਹੈ, ਉਹ ਮੰਨਦਾ ਏ ਸਾਡੇ ਸਰੀਰ ਦੇ ਵਿੱਚ ਜਿਹੜੇ ਅਣੂ ਹਨ, ਅਣੂ ਤੇ ਪਰਮਾਣੂ ਸਾਡੇ ਸਰੀਰ ਵਿੱਚ ਰਹਿੰਦੇ ਹਨ। ਅਣੂ ਤੇ ਪਰਮਾਣੂ। ਜਦੋਂ ਆਪਾਂ ਸਵਾਸ ਲੈਂਦੇ ਹਾਂ ਨਾ, ਸਵਾਸ ਲੈਣ ਦੇ ਨਾਲ ਆਕਸੀਜਨ ਅੰਦਰ ਜਾਂਦੀ ਹੈ, ਫੇਫੜਿਆਂ ਦੇ ਵਿੱਚੋਂ ਗੁਜ਼ਰਦੀ ਹੈ ਤੇ ਲਹੂ ਦੇ ਪ੍ਰਵਾਹ ਦੇ ਜ਼ਰੀਏ, ਨਾੜੀਆਂ ਦੇ ਵਿੱਚ ਜਿਹੜਾ ਲਹੂ ਚੱਲਦਾ ਹੈ ਨਾ, ਤੇ ਨਾੜੀਆਂ ਦੇ ਵਿੱਚ ਜਿਹੜਾ ਲਹੂ ਚੱਲਦਾ ਹੈ, ਲਹੂ ਦੇ ਜ਼ਰੀਏ ਇਹ ਜਿਹੜੀ ਆਕਸੀਜਨ ਹੈ ਇਹ ਪਹੁੰਚਦੀ ਹੈ ਅਣੂਆਂ ਤੱਕ। ਜਦੋਂ ਅਣੂਆਂ ਤੱਕ ਇਹ ਆਕਸੀਜਨ ਪਹੁੰਚਦੀ ਹੈ,
ਅਣੂ ਤੇ ਬਹੁਤ ਵੱਡੇ ਹਨ। ਅਣੂਆਂ ਦੇ ਅੰਦਰ ਇੱਕ ਹੋਰ ਚੀਜ਼ ਹੈ ਜਿਹਨੂੰ ਪਰਮਾਣੂ ਆਖਿਆ ਜਾਂਦਾ ਹੈ। ਜਦੋਂ ਆਕਸੀਜਨ ਸਾਡੇ ਮੁੱਖ ਥਾਣੀ, ਨੱਕ ਥਾਣੀ ਅੰਦਰ ਜਾਂਦੀ ਹੈ, ਆਕਸੀਜਨ ਫੇਫੜਿਆਂ ਥਾਣੀ ਗੁਜ਼ਰ ਕੇ ਤੇ ਨਾੜੀਆਂ ਦੇ ਵਿੱਚ ਜਿਹੜਾ ਲਹੂ ਹੈ, ਲਹੂ ਦੇ ਵਿੱਚ ਜਾਂਦੀ ਹੈ। ਆਕਸੀਜਨ ਪਹੁੰਚਦੀ ਹੈ ਅਣੂ ਤੱਕ, ਅਣੂ ਤੋਂ ਪਹੁੰਚਦੀ ਹੈ ਪਰਮਾਣੂ ਤੱਕ। ਜਦੋਂ ਆਪਾਂ ਸਵਾਸ ਅੰਦਰ ਲਿਆ, ਜਦੋਂ ਸਵਾਸ ਆਪਾਂ ਬਾਹਰ ਕੱਢਦੇ ਹਾਂ ਤੇ ਉਦੋਂ ਕਾਰਬਨ ਡਾਈਆਕਸਾਈਡ ਸਾਡੇ ਸਰੀਰ ਵਿੱਚੋਂ ਬਾਹਰ ਨਿਕਲਦੀ ਹੈ। ਕਾਰਬਨ ਡਾਈਆਕਸਾਈਡ ਜਦੋਂ ਸਵਾਸ ਅੰਦਰ ਜਾਂਦਾ ਹੈ, ਆਕਸੀਜਨ ਜਦੋਂ ਅੰਦਰ ਗਈ, ਆਕਸੀਜਨ ਅੰਦਰ ਜਾਣ ਦੇ ਨਾਲ ਜਿਹੜੇ ਅਣੂ ਤੇ ਪਰਮਾਣੂ ਹਨ ਨਾ, ਉਹ ਬਦਲ ਜਾਂਦੇ ਹਨ। ਉਹਨਾਂ ਦੇ ਵਿੱਚ ਵੀ ਬਦਲਾਅ ਆ ਜਾਂਦਾ ਹੈ। ਇਸ ਲਈ ਜਦੋਂ ਅਣੂ ਤੇ ਪਰਮਾਣੂ ਬਦਲਦੇ ਹਨ, ਇਹਨਾਂ ਨੂੰ ਵੀ ਆਖਿਆ ਜਾਂਦਾ ਹੈ ਪੁਨਰ। ਇਹਨਾਂ ਦਾ ਵੀ ਪੁਨਰ ਜਨਮ ਹੁੰਦਾ ਹੈ, ਅਣੂਆਂ ਤੇ ਪਰਮਾਣੂਆਂ ਦਾ। ਕਾਰਬਨ ਡਾਈਆਕਸਾਈਡ ਦੇ ਜ਼ਰੀਏ ਇਹ ਅਣੂ ਤੇ ਪਰਮਾਣੂ ਬਾਹਰ ਆ ਜਾਂਦੇ ਹਨ। ਜਿਹੜੇ ਅਣੂ ਤੇ ਪਰਮਾਣੂ ਪਹਿਲਾਂ ਅੰਦਰ ਸੀ, ਉਹ ਜਦੋਂ ਬਾਹਰ ਆਏ ਖਤਮ ਹੋ ਗਏ ਤੇ ਆਕਸੀਜਨ ਦੇ ਜ਼ਰੀਏ ਅਣੂ ਤੇ ਪਰਮਾਣੂ ਫਿਰ ਅੰਦਰ ਜਾਂਦੇ ਹਨ, ਨਵੇਂ ਬਣ ਜਾਂਦੇ ਹਨ। ਇਸ ਲਈ ਇਹਨਾਂ ਦਾ ਵੀ ਪੁਨਰ ਜਨਮ ਹੁੰਦਾ ਹੈ, ਅਣੂਆਂ ਤੇ ਪਰਮਾਣੂਆਂ ਦਾ। ਇਸੇ ਤਰ੍ਹਾਂ ਸਾਡਾ ਜਨਮ ਇੱਕ ਵਾਰ ਨਹੀਂ ਹੋਇਆ, ਸਾਡਾ ਜਨਮ ਕਈ ਵਾਰ ਹੋ ਚੁੱਕਾ ਹੈ। ਅਸੀਂ ਕਈ ਵਾਰ ਇੱਥੇ ਆ ਚੁੱਕੇ ਹਾਂ। ਜੀਵ ਆਤਮਾ ਦਾ ਓਨੇ ਸਮੇਂ ਤੱਕ ਵਾਰ-ਵਾਰ ਜਨਮ ਹੁੰਦਾ ਰਹੇਗਾ ਜਿੰਨੇ ਸਮੇਂ ਤੱਕ ਜੀਵ ਆਤਮਾ ਗੁਰੂ ਨੂੰ ਮਿਲ ਕੇ, ਗੁਰੂ ਤੋਂ ਨਾਮ ਦਾ ਭੇਦ ਲੈ ਕੇ ਸ਼ਬਦ ਦੀ ਕਮਾਈ ਨਹੀਂ ਕਰਦੀ। ਜਿੰਨੇ ਸਮੇਂ ਤੱਕ ਨਾਮ ਸ਼ਬਦ ਦੀ ਕਮਾਈ ਕਰਕੇ ਜੀਵ ਆਤਮਾ ਨਾਮ ਤੱਕ ਨਹੀਂ ਪਹੁੰਚ ਜਾਂਦੀ, ਕਿਉਂਕਿ ਜੀਵ ਆਤਮਾ ਇੱਥੇ ਨਾਮ ਲੈਣ ਵਾਸਤੇ ਆਈ ਹੈ। ਸੁਖਮਣੀ ਸਾਹਿਬ ਜੀ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਘਰ ਪਾਇਆ। ਜੀਵ ਆਤਮਾ ਇੱਥੇ ਨਾਮ ਲੈਣ ਵਾਸਤੇ ਆਈ ਹੈ ਤੇ ਜਿੰਨੇ ਸਮੇਂ ਤੱਕ ਜੀਵ ਆਤਮਾ ਨੂੰ ਨਾਮ ਨਹੀਂ ਮਿਲ ਜਾਂਦਾ, ਉਨੇ ਸਮੇਂ ਤੱਕ ਜੀਵ ਆਤਮਾ ਦਾ ਪੁਨਰ ਜਨਮ ਹੁੰਦਾ ਰਹੇਗਾ। ਜੀਵ ਆਤਮਾ ਮਰਦੀ ਰਹੇਗੀ, ਫਿਰ ਜਨਮ ਲੈਂਦੀ ਰਹੇਗੀ, ਫਿਰ ਮਰ ਜਾਂਦੀ ਹੈ, ਫਿਰ ਜਨਮ ਲੈ ਲੈਂਦੀ ਹੈ। ਵਾਰ-ਵਾਰ ਇਹ ਕਾਇਆ ਨੂੰ, ਦੇਹ ਨੂੰ, ਸਰੀਰ ਨੂੰ ਬਦਲਦੀ ਰਹਿੰਦੀ ਹੈ। ਜਿੰਨੇ ਸਮੇਂ ਤੱਕ ਜੀਵ ਆਤਮਾ ਨੂੰ ਨਾਮ ਨਹੀਂ ਮਿਲਦਾ, ਨਾਮ ਮਿਲਣ ਦੇ ਬਾਵਜੂਦ ਜੀਵ ਆਤਮਾ ਆਪਣੇ ਮੁਕਤੀ ਦੇ ਦੁਆਰੇ ਤੇ ਮੰਜ਼ਲ ਤੇ ਪਹੁੰਚ ਜਾਵੇਗੀ। ਮੰਜ਼ਲ ਕੀ ਹੈ? ਪਰਮਾਤਮਾ। ਜੀਵ ਆਤਮਾ ਪਰਮਾਤਮਾ ਤੋਂ ਵਿਛੜੀ ਹੈ ਅਨੰਤ ਜਨਮਾਂ ਤੋਂ। ਜਦੋਂ ਦਾ ਬ੍ਰਹਿਮੰਡ ਬਣਿਆ ਹੈ, ਧਰਤੀ ਹੋਂਦ ਵਿੱਚ ਆਈ ਹੈ, ਉਸ ਪਰਮਾਤਮਾ ਨੇ ਜਦੋਂ ਦੀ ਇਸ ਧਰਤੀ ਦੀ ਸਾਜਣਾ ਕੀਤੀ ਹੈ ਤੇ ਜੀਵ ਆਤਮਾ ਨੂੰ ਆਪਣੇ ਦੇਸ਼ ਵਿੱਚੋਂ, ਪਰਲੋਕ ਦੇ ਵਿੱਚੋਂ ਇਸ ਲੋਕ ਦੇ ਵਿੱਚ ਭੇਜਿਆ। ਇਹ ਅਨੰਤ ਜਨਮਾਂ ਤੋਂ ਉੱਥੋਂ ਆ ਤੇ ਗਈ ਹੈ, ਪਰ ਅਜੇ ਤੱਕ ਇਹ ਪਿੱਛੇ ਆਪਣੇ ਘਰ ਪਰਲੋਕ ਨੂੰ ਨਹੀਂ ਗਈ, ਜਿੱਥੇ ਪਰਮਾਤਮਾ ਰਹਿੰਦਾ ਹੈ, ਜਿੱਥੇ ਇਹਦਾ ਆਪਣਾ ਘਰ ਹੈ। ਤੇ ਇਹ ਆਪਣੇ ਘਰ ਪਰਲੋਕ ਦੇ ਵਿੱਚ, ਪਰਮਾਤਮਾ ਦੇ ਦੇਸ਼ ਵਿੱਚ ਉਦੋਂ ਜਾ ਸਕਦੀ ਹੈ ਜਦੋਂ ਇਹਨੂੰ ਨਾਮ ਮਿਲ ਜਾਵੇਗਾ। ਇਹ ਪਰਮਾਤਮਾ ਨੇ ਅਸੂਲ ਬਣਾਇਆ ਹੈ ਕਿ ਜੀਵ ਆਤਮਾ ਨੂੰ ਜਿੰਨੇ ਸਮੇਂ ਤੱਕ ਨਾਮ ਨਹੀਂ ਮਿਲ ਜਾਂਦਾ, ਓਨੇ ਸਮੇਂ ਤੱਕ ਜੀਵ ਆਤਮਾ ਮੁੜ ਆਪਣੇ ਦੇਸ਼ ਨੂੰ ਪਰਤ ਨਹੀਂ ਸਕਦੀ। ਤੇ ਨਾਮ ਕਿੱਥੋਂ ਮਿਲੇਗਾ? ਨਾਮ ਮਿਲਦਾ ਹੈ ਪੂਰੇ ਸਤਿਗੁਰ ਦੇ ਕੋਲੋਂ। ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ। ਸਤਿਗੁਰ ਸੇਵੈ ਲੱਗਿਆ,
ਕੱਢ ਰਤਨ ਦੇਵੈ ਪਰਗਾਸ। ਸਤਿਗੁਰ ਦੇ ਕੋਲੋਂ ਨਾਮ ਮਿਲਦਾ, ਨਾਮ ਕਿਤੋਂ ਬਾਹਰੋਂ ਨਹੀਂ ਮਿਲਦਾ। ਉਹ ਨਾਮ ਸਾਡੀ ਦੇਹੀ ਦੇ ਅੰਦਰ ਹੀ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਉਹ ਨਾਮ ਸਾਡੀ ਦੇਹੀ ਦੇ ਅੰਦਰ ਹੈ, 10ਵੇਂ ਘਰ ਦੇ ਵਿੱਚ, ਪਰ ਉਹਨੂੰ ਅਸੀਂ ਪਾ ਨਹੀਂ ਸਕਦੇ, ਕਿਉਂਕਿ 10ਵੇਂ ਘਰ ਦੇ ਵਿੱਚ ਇੱਕ ਤਾਲਾ ਲੱਗਾ ਏ, ਜਿਹਨੂੰ ਬੱਜਰ ਕਪਾਟ ਆਖਿਆ ਜਾਂਦਾ ਏ। ਇਹ ਦਰਵਾਜ਼ਾ ਬੜਾ ਸਖਤ ਹੈ ਤੇ ਬੰਦ ਹੋਇਆ ਹੈ। ਸਤਿਗੁਰੂ ਇਸ ਦਰਵਾਜ਼ੇ ਨੂੰ ਖੋਲ੍ਹੇਗਾ, ਕਿਉਂਕਿ ਸਤਿਗੁਰ ਦੇ ਕੋਲ ਕੁੰਜੀ ਹੈ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ। ਇਸ ਦਰਵਾਜ਼ੇ ਨੂੰ ਜਿਹੜਾ ਤਾਲਾ ਲੱਗਾ ਹੈ, ਉਸ ਤਾਲੇ ਦੀ ਜਿਹੜੀ ਕੁੰਜੀ ਹੈ ਉਹ ਸੰਤਾਂ ਦੇ ਕੋਲ ਹੈ, ਉਹ ਕੁੰਜੀ ਸਤਿਗੁਰ ਦੇ ਕੋਲ ਹੈ। ਜਦੋਂ ਅਸੀਂ ਸਤਿਗੁਰ ਦੇ ਕੋਲ ਆ ਜਾਵਾਂਗੇ, ਸਤਿਗੁਰ ਨੇ ਸਾਨੂੰ ਉਹ ਕੁੰਜੀ ਦੇ ਦੇਣੀ ਹੈ। ਉਸ ਕੁੰਜੀ ਦਾ ਨਾਮ ਹੈ ਨਾਮ ਸ਼ਬਦ, ਇੱਕ ਓੰਕਾਰ। ਇਹ ਕੁੰਜੀ ਹੈ, ਹੋਰ ਕੋਈ ਕੁੰਜੀ ਥੋੜ੍ਹਾ ਹੈ। ਜਿਸ ਤਰ੍ਹਾਂ ਆਪਾਂ ਕੁੰਜੀਆਂ ਲਈ ਫਿਰਦੇ ਹਾਂ, ਨਹੀਂ, ਇਸ ਤਰ੍ਹਾਂ ਦੀ ਕੋਈ ਕੁੰਜੀ ਨਹੀਂ। ਇਹ ਕੁੰਜੀ ਹੈ ਸ਼ਬਦ ਦੀ ਕੁੰਜੀ। ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁੱਲੀ ਜੈ। ਇਹ ਜਿਹੜਾ ਬੱਜਰ ਕਪਾਟ ਹੈ, ਇਹਨੂੰ ਜਿਹੜਾ ਤਾਲਾ ਲੱਗਾ ਏ, ਇਸ ਤਾਲੇ ਦੀ ਕੁੰਜੀ ਹੈ ਸ਼ਬਦ। ਤੇ ਸ਼ਬਦ ਕਿਹੜਾ ਹੈ? ਓੰਕਾਰ। ਸਤਿਗੁਰ ਨੇ ਸਾਨੂੰ ਓੰਕਾਰ ਦੀ ਕੁੰਜੀ ਦੇ ਦੇਣੀ ਹੈ। ਤੇ ਜਦੋਂ ਆਪਾਂ ਸਤਿਗੁਰ ਦੀ ਦਿੱਤੀ ਹੋਈ ਕੁੰਜੀ ਨੂੰ ਵਰਤਾਂਗੇ, ਅਰਥਾਤ ਜਦੋਂ ਆਪਾਂ ਸ਼ਬਦ ਦਾ ਅਭਿਆਸ ਕਰਾਂਗੇ, ਸੁਰਤ ਨੂੰ ਸ਼ਬਦ ਨਾਲ ਵਾਰ-ਵਾਰ ਜੋੜਨ ਦਾ ਯਤਨ ਕਰਾਂਗੇ, ਸਤਿਗੁਰ ਦੀ ਰਹਿਮ ਦੇ ਨਾਲ, ਸਤਿਗੁਰ ਦੀ ਮਿਹਰ ਨਾਲ, ਸਤਿਗੁਰ ਦੀ ਬਖਸ਼ਿਸ਼ ਦੇ ਨਾਲ ਇਹ ਜਿਹੜਾ ਦਰਵਾਜ਼ਾ ਹੈ ਇਹ ਖੁੱਲ੍ਹ ਜਾਂਦਾ ਹੈ। ਤੇ ਇਸ ਦਰਵਾਜ਼ੇ ਵਿੱਚੋਂ ਹੀ ਸਾਨੂੰ ਨਾਮ ਮਿਲਦਾ ਹੈ। ਜਦੋਂ ਸਾਨੂੰ ਨਾਮ ਮਿਲ ਜਾਵੇਗਾ ਤੇ ਜੀਵ ਆਤਮਾ ਆਪਣੇ ਪਰਮ ਧਾਮ ਤੱਕ ਪਹੁੰਚ ਜਾਵੇਗੀ। ਚਰਨ ਚਲੋ ਮਾਰਗ ਗੋਬਿੰਦ। ਜੀਵ ਆਤਮਾ ਪਰਮ ਧਾਮ ਤੱਕ ਪਰਲੋਕ ਦੇ ਵਿੱਚ ਪਰਮਾਤਮਾ ਦੇ ਦੇਸ਼ ਦੇ ਵਿੱਚ ਪਹੁੰਚ ਜਾਵੇਗੀ। ਫਿਰ ਇਹਦਾ ਜਿਹੜਾ ਪੁਨਰ ਜਨਮ ਹੁੰਦਾ ਹੈ ਵਾਰ-ਵਾਰ, ਉਹ ਖਤਮ ਹੋ ਜਾਵੇਗਾ। ਫਿਰ ਸਮਾਪਤੀ ਹੋ ਜਾਵੇਗੀ ਇਹਦੇ ਵਾਰ-ਵਾਰ ਜਨਮ ਮਰਨ ਦੀ। ਜੀਵ ਆਤਮਾ ਜਦੋਂ ਮਰਦੀ ਹੈ ਉਦੋਂ ਵੀ ਬੜੀ ਪੀੜਾ ਹੁੰਦੀ ਹੈ, ਤੇ ਜਦੋਂ ਜੀਵ ਆਤਮਾ ਜਨਮ ਲੈਂਦੀ ਹੈ ਉਦੋਂ ਵੀ ਇਹਨੂੰ ਪੀੜਾ ਦੇ ਵਿੱਚ, ਸੰਤਾਪ ਦੇ ਵਿੱਚ ਲੰਘਣਾ ਪੈਂਦਾ ਹੈ, ਗੁਜ਼ਰਨਾ ਪੈਂਦਾ ਹੈ। ਉਦੋਂ ਵੀ ਪੀੜ ਸੰਤਾਪ ਝੱਲਣਾ ਪੈਂਦਾ ਹੈ। ਜਦੋਂ ਜਨਮ ਲੈਂਦੀ ਹੈ, ਜਦੋਂ ਮਰਦੀ ਹੈ, ਉਦੋਂ ਵੀ ਇਹਨੂੰ ਪੀੜਾ, ਦਰਦ ਤੇ ਸੰਤਾਪ ਝੱਲਣਾ ਪੈਂਦਾ ਹੈ। ਇਸ ਕਰਕੇ ਜੀਵ ਆਤਮਾ ਵਾਰ-ਵਾਰ ਮਰਦੀ ਹੈ, ਵਾਰ-ਵਾਰ ਜਨਮ ਲੈਂਦੀ ਹੈ। ਗੁਰਬਾਣੀ ਦੇ ਵਿੱਚ ਇਹਦੀਆਂ ਬੜੀਆਂ ਉਦਾਹਰਨਾਂ ਹਨ। ਜੇ ਅੱਜ ਸਾਨੂੰ ਕੋਈ ਪੁੱਛ ਲਵੇ ਕਿ ਸਿੱਧ ਕਰਕੇ ਵਿਖਾਓ ਗੁਰਬਾਣੀ ਦੇ ਜ਼ਰੀਏ ਕਿ ਜੀਵ ਆਤਮਾ ਦਾ ਵਾਰ-ਵਾਰ ਪੁਨਰ ਜਨਮ ਹੁੰਦਾ ਹੈ, ਤੇ ਧੰਨ ਗੁਰੂ ਪਿਤਾ ਨੇ ਲਿਖ ਕੇ ਦਿੱਤਾ ਹੈ ਸਾਨੂੰ। ਜਨਮ ਮਰਨ ਭਾਵ ਭੰਜਨ ਗਾਈਐ, ਪੁਨਰਪ ਜਨਮ ਨਾ ਹੋਈ ਜੀਓ। ਜੇ ਤੁਸੀਂ ਮਾਲਕ ਦਾ ਭਜਨ ਕਰੋਗੇ, ਉਹਦੇ ਸਿਮਰਨ ਦੇ ਨਾਲ ਜੁੜ ਜਾਓਗੇ, ਫਿਰ ਤੁਹਾਡਾ ਪੁਨਰਪ ਜਨਮ ਨਹੀਂ ਹੋਵੇਗਾ। ਧੰਨ ਗੁਰੂ ਪਿਤਾ ਨੇ ਹੋਰ ਵੀ ਲਿਖਿਆ ਹੈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਸਾਡੇ ਅਨੰਤ ਜਨਮ ਹੋ ਚੁੱਕੇ। ਪੂਰਬਲੇ ਜਨਮ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ ਬਣਾਈਆਂ, ਤੇ ਫਿਰ ਅਸੀਂ ਇਸ ਜਨਮ ਦੇ ਵਿੱਚ ਆ ਚੁੱਕੇ ਹਾਂ। ਇਹ ਸਾਡਾ ਇੱਕ ਜਨਮ ਥੋੜ੍ਹਾ ਹੈ, ਸਾਡੇ ਕਈ ਜਨਮ ਹੋ ਚੁੱਕੇ ਹਨ, ਕਈ ਜਨਮ। ਜਿਹੜਾ ਨਿਆਏ ਦਰਸ਼ਨ ਗ੍ਰੰਥ ਹੈ ਨਾ ਹਿੰਦੂਆਂ ਦਾ, ਨਿਆਏ ਦਰਸ਼ਨ, ਉਹਦੇ ਵਿੱਚ ਲਿਖਿਆ, ਮਹਾਂਪੁਰਖਾਂ ਨੇ ਸੁਣਾਇਆ, ਵੈਸੇ ਦਾਸ ਨੇ ਨਹੀਂ ਪੜ੍ਹਿਆ, ਸੁਣਿਆ ਹੈ ਮਹਾਂਪੁਰਖਾਂ ਦੇ ਕੋਲੋਂ। ਨਿਆਏ ਦਰਸ਼ਨ ਗ੍ਰੰਥ ਦੇ ਵਿੱਚ ਲਿਖਿਆ ਹੈ, ਜਦੋਂ ਬੱਚਾ ਜਨਮ ਲੈਂਦਾ ਹੈ ਨਾ,
ਆਪਾਂ ਵੇਖਿਆ ਹੋਵੇਗਾ ਬੱਚਾ ਕਦੇ ਹੱਸਦਾ ਏ ਕਦੇ ਰੋਂਦਾ ਏ, ਕਦੇ ਹੱਸਦਾ ਏ ਕਦੇ ਰੋਂਦਾ ਏ। ਉਹਦੇ ਹੱਸਣ ਦਾ ਤੇ ਕਦੇ ਰੋਣ ਦਾ ਕਾਰਨ ਪਤਾ ਕੀ ਹੈ? ਕਿਉਂਕਿ ਉਹਨੂੰ ਆਪਣੇ ਪੂਰਬਲੇ ਜਨਮਾਂ ਦਾ ਗਿਆਨ ਹੁੰਦਾ ਹੈ। ਉਹਨੂੰ ਵਾਰ-ਵਾਰ ਪੁਰਾਣੀਆਂ ਗੱਲਾਂ ਚੇਤੇ ਆਉਂਦੀਆਂ ਹਨ, ਫਿਰ ਭੁੱਲ ਜਾਂਦੀਆਂ ਹਨ। ਵਾਰ-ਵਾਰ ਪੁਰਾਣੀਆਂ ਗੱਲਾਂ ਚੇਤੇ ਆਉਂਦੀਆਂ ਹਨ, ਉਹਨਾਂ ਗੱਲਾਂ ਨੂੰ ਚੇਤੇ ਕਰਕੇ ਕਦੇ ਰੋਂਦਾ ਏ ਕਦੇ ਹੱਸਦਾ ਏ। ਤੇ ਅਸੀਂ ਉਸੇ ਵੇਲੇ ਡਾਕਟਰ ਕੋਲ ਭੱਜ ਜਾਂਦੇ ਹਾਂ ਕਿ ਡਾਕਟਰ ਸਾਹਿਬ ਬੱਚਾ ਰੋਂਦਾ ਬੜਾ ਪਿਆ ਹੈ। ਅਸਲ ਵਿੱਚ ਜਦੋਂ ਬੱਚਾ ਰੋਂਦਾ ਹੈ ਨਾ ਅੱਧੀ ਰਾਤ ਨੂੰ, ਤੇ ਜਦੋਂ ਹੱਸਦਾ ਤੁਸੀਂ ਵੇਖਿਆ ਹੋਵੇਗਾ ਬੱਚਾ ਰਾਤ ਨੂੰ ਵੀ ਖੇਡਦਾ ਹੈ। ਕਿਸੇ ਵੇਲੇ ਤੜਕੇ ਉਹ ਕਦੇ ਖੇਡਦਾ ਏ ਕਦੇ ਸੌਂ ਜਾਂਦਾ ਹੈ ਕਦੇ ਰੋਂਦਾ ਹੈ। ਅਸਲ ਵਿੱਚ ਉਹਨੂੰ ਆਪਣੇ ਪੂਰਬਲੇ ਜਨਮ ਦਾ ਗਿਆਨ ਹੁੰਦਾ ਏ। ਪੁਰਾਣੀਆਂ ਗੱਲਾਂ ਨੂੰ ਚੇਤੇ ਕਰ ਕਦੇ ਹੱਸੀ ਜਾਂਦਾ ਏ ਕਦੇ ਰੋਂਦਾ ਏ। ਫਿਰ ਜਦੋਂ ਬੱਚਾ ਉਹ ਜਵਾਨ ਹੋ ਜਾਂਦਾ ਹੈ ਨਾ, ਇਸ ਜਨਮ ਦੀ ਉਹਦੇ ਉੱਪਰ ਐਸੀ ਛਾਪ ਪੈਂਦੀ ਹੈ, ਐਸੀ ਮੋਹਰ ਲੱਗਦੀ ਹੈ, ਐਸਾ ਅਸਰ ਹੁੰਦਾ ਏ ਕਿ ਉਹਨੂੰ ਆਪਣੇ ਪੂਰਬਲੇ ਜਨਮ ਦਾ ਸਾਰਾ ਗਿਆਨ ਭੁੱਲ ਜਾਂਦਾ ਏ ਤੇ ਇਹੀ ਜਨਮ ਨੂੰ ਚੇਤੇ ਰਹਿ ਜਾਂਦਾ ਹੈ। ਇਹ ਮਾਇਆ ਦਾ ਪ੍ਰਭਾਵ ਹੈ। ਮਾਇਆ ਸਾਰਾ ਕੁਝ ਭੁਲਾ ਦਿੰਦੀ ਹੈ, ਸਾਰਾ ਕੁਝ ਭੁੱਲ ਜਾਂਦਾ ਹੈ। ਇਸ ਲਈ ਸਾਡਾ ਜਨਮ ਇੱਕ ਵਾਰ ਨਹੀਂ ਹੋਇਆ, ਅਸੀਂ ਵਾਰ-ਵਾਰ ਜਨਮ ਲੈ ਰਹੇ ਹਾਂ। ਤੇ ਵਾਰ-ਵਾਰ ਜਨਮ ਮਰਨ ਦੇ ਗੇੜਿਆਂ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ? ਜੇ ਅਸੀਂ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਈਏ। ਇਹ ਗੱਲ ਚੇਤੇ ਰੱਖ ਲਓ, ਜਿੰਨੇ ਸਮੇਂ ਤੱਕ ਪੂਰੇ ਗੁਰੂ ਦੀ ਸ਼ਰਨ ਸਾਨੂੰ ਮਿਲ ਨਹੀਂ ਜਾਂਦੀ, ਪੂਰੇ ਗੁਰੂ ਦੀ ਸ਼ਰਨ। ਦੂਜਾ, ਜਿੰਨੇ ਸਮੇਂ ਤੱਕ ਅਸੀਂ ਸੰਤ ਮਾਰਗ ਦੇ ਅਧਿਕਾਰੀ ਨਹੀਂ ਹੋ ਜਾਂਦੇ, ਸਾਨੂੰ ਸੰਤ ਜਨਾਂ ਦਾ, ਗੁਰਮੁਖ ਜਨਾਂ ਦਾ ਸੰਗ ਨਹੀਂ ਮਿਲ ਜਾਂਦਾ, ਓਨੇ ਸਮੇਂ ਤੱਕ ਸਾਡਾ ਇਹ ਜਨਮ ਮਰਨ ਦਾ ਗੇੜਾ, ਪੁਨਰਪ ਜਨਮ ਦਾ ਗੇੜਾ ਖਤਮ ਨਹੀਂ ਹੋਵੇਗਾ।